जो मछली बिन पानिए जो मछली बिन पानिए रहे ना किते उपाय त्यों हर बिन संत न जीवई बिन हर नामे मर जाए हो तुद बिन क्यों सरे हाँ मोहे मछली तुमनी मछली तुमनी तुद बिन क्यों सरे मोह चात्रिक तुम दू त्रिपुतो मुख परे मोहे मछली मच्छी पानी तो बिना तड़प के अपने प्राण दे दिंदी साईं तुहाडे दीदारां बिना असीं किवें जीवांगे पातशाह कहण लगे नाम दे आधार नाम दे आसरे सिखो अज दिन तोड़ी भाणे दा कीर्तन सुनते रहे वो गुरु नूं सिख पाउंदा जिहड़ा गुरु के भाणे दे अंदर रहे जिस सिख नूं गुरु का भाणा भावे ते वो सिख गुरु नूं पाउंदा भाणा नहीं मनोगे भाणे च नहीं रहोगे सिख चुप लकीर कढ़ दी कहण लगे भाणे नूं जिहने अलंघना है वो साडे पिछे आ जाओ जिन्हों भाणा पाउंदा गुरु का जिन्हों हुक्म मनण दे विच कुछ सुख ते आनंद है वो लाइन नूं इस लकीर नूं ना टपे धन हो समा हो जदों गुरु प्यारे सतगुरु पातशाह जी नूं विदा करन लगे होणगे ते जिस विदायगी समय आप कह गए हुण ते मुड़ इस शरीर विच दर्शन नहीं होणे तुरे संगतों आग्या लैके तुरे
ਲਕੀਰੋਂ ਇੱਕ ਪਾਸੇ ਸੰਗਤ ਤੇ ਇੱਕ ਪਾਸੇ ਸੰਗਤ ਦਾ ਵਾਲੀ, ਸੰਗਤ ਦਾ ਮਾਲੀ। ਸੰਗਤ ਆਪਣੇ ਪਿਆਰੇ ਨੂੰ ਨਮਸਕਾਰ ਕਰਦੀ ਹੈ ਤੇ ਪਿਆਰਾ ਸੰਗਤ ਨੂੰ ਨਮਸਕਾਰ ਕਰਦਾ ਹੈ। ਆਗਿਆ ਲੈ, ਭਾਣੇ ਦੀ ਪੱਟੀ ਪੜਾ, ਲਾਹੌਰ ਆਪਣੇ ਭਾਈ ਸਾਧੂ ਦੇ ਘਰ ਨਿਵਾਸ ਕੀਤਾ, ਭਾਈ ਸਿੱਧੂ ਦੇ ਘਰ ਨਿਵਾਸ ਕੀਤਾ। ਦਰਬਾਰ ਦੇ ਵਿੱਚ ਹਾਜ਼ਰ ਹੋਏ, ਹੁਕਮ ਸੁਣਾਇਆ ਗਿਆ। ਸੁਣਿਆ ਤੁਸੀਂ ਬਾਣੀ ਦੇ ਅੰਦਰ ਮੁਸਲਮਾਨ ਪੈਗੰਬਰਾਂ ਦੇ ਬਾਰੇ ਕੁਝ ਕੋਝੇ ਸ਼ਬਦ ਲਿਖੇ ਹਨ। ਕਹਿਣ ਲੱਗੇ ਬਾਣੀ ਦੇ ਅੰਦਰ ਕਿਸੇ ਵਿਅਕਤੀ ਬਾਰੇ ਕੋਈ ਬੁਰੇ ਸ਼ਬਦ ਨਹੀਂ ਲਿਖੇ, ਬਾਣੀ ਸਾਰਿਆਂ ਦੀ ਸਾਂਝੀ ਰੱਬੀ ਗਿਆਨ ਹੈ। ਅੱਛਾ, ਫਿਰ ਤੁਸੀਂ ਇਉਂ ਕਰੋ, ਇਸ ਬਾਣੀ ਦੇ ਅੰਦਰ ਕੁਝ ਪੈਗੰਬਰਾਂ ਦੀ ਤਾਰੀਫ ਦੇ ਅੰਦਰ ਸ਼ਬਦ ਲਿਖ ਦਿਓ। ਸਤਿਗੁਰੂ ਕਹਿਣ ਲੱਗੇ ਮੇਰੇ ਅੰਦਰ ਵਾਧਾ ਘਾਟਾ ਕਰਨ ਦੀ ਸਮਰੱਥਾ ਨਹੀਂ, ਇਹ ਮੇਰੇ ਕਰਨ ਦਾ ਕੰਮ ਨਹੀਂ। ਇਤਿਹਾਸਕਾਰਾਂ ਨੇ ਇਹ ਵੀ ਲਿਖਿਆ ਵੀ 2 ਲੱਖ ਜੁਰਮਾਨਾ ਭਰੋ। ਕਹਿਣ ਲੱਗੇ ਗੁਰੂ ਨਾਨਕ ਦੇ ਦਰਬਾਰੋਂ ਆਇਆ ਮੰਗਤਿਆਂ ਨੂੰ, ਆਇਆ ਅਭਲਾਖੀਆਂ ਨੂੰ, ਜਾਚਕਾਂ ਨੂੰ ਸਭ ਕੁਝ ਮਿਲਦਾ ਹੈ। ਸ਼ਾਹੀ ਦਰਬਾਰ ਨੂੰ ਜੇ ਪੈਸੇ ਦੀ ਲੋੜ ਹੈ 2 ਲੱਖ ਕੀ, ਜਿੰਨਾ ਆਖੋ ਉਹਨਾਂ ਮਿਲ ਸਕਦਾ ਹੈ। ਜੇ ਜੁਰਮਾਨਾ ਆਖੋ ਤਾਂ 1 ਕੌਡੀ ਵੀ ਜੁਰਮਾਨੇ ਦੀ ਸ਼ਕਲ ਦੇ ਵਿੱਚ ਅਦਾ ਨਹੀਂ ਕੀਤੀ ਜਾ ਸਕਦੀ। ਕਿਉਂ? ਇਹ ਸੰਗਤਾਂ ਦੀ ਪ੍ਰੇਮ ਭੇਟਾ ਹੈ। ਇਹ 10-10 ਸੈਂਟ, 10-10 ਪੈਸੇ, ਆਨਾ 2-2 ਆਨੇ ਇਕੱਠੇ ਹੋਏ ਹਨ। ਇਹ ਜੁਰਮਾਨੇ ਦੀ ਸ਼ਕਲ ਦੇ ਅੰਦਰ 1 ਪੈਸਾ, 1 ਕੌਡੀ ਵੀ ਇਸ ਦਰਬਾਰ ਦੇ ਵਿੱਚੋਂ ਨਹੀਂ ਦਿੱਤੀ ਜਾ ਸਕਦੀ। ਧਰਮ ਛੱਡ ਦਿਓ। ਧਰਮ ਛੱਡ ਕੇ ਕਹਿੰਦੇ ਜਿਉਣਾ ਜੀਵਨ ਹੀ ਨਹੀਂ ਹੈ। ਇਸ ਵਾਸਤੇ ਜੀਵਨ ਨੂੰ ਕੌਣ ਕਹਿ ਸਕਦਾ ਵੀ ਮੌਤ ਆਪਣੀ ਕੌਣ ਕਬੂਲਦਾ ਹੈ? ਤੁਸੀਂ ਤਿਆਰ ਹੋ? ਕਹਿਣ ਲੱਗੇ ਨਹੀਂ। ਗੁਰੂ ਪਾਤਸ਼ਾਹ ਕਹਿਣ ਲੱਗੇ ਧਰਮ ਛੱਡ ਕੇ ਆਪਣੇ ਹੱਥੀਂ ਮੌਤ ਮੈਂ ਆਪਣੀ ਕਿਵੇਂ ਮੰਗ ਲਵਾਂ? ਇਹ ਗੱਲ ਨਹੀਂ ਹੋ ਸਕਦੀ। ਅੰਤਮ ਹੁਕਮ ਹੋਇਆ ਵੀ ਇਹਨਾਂ ਨੂੰ ਤਸੀਹੇ ਦੇ ਕੇ ਜਾਂ ਤਾਂ ਸ਼ਰ੍ਹਾ ਦੇ ਅੰਦਰ ਲੈ ਆਂਦਾ ਜਾਏ ਤੇ ਨਹੀਂ ਇਹਨਾਂ ਨੂੰ ਤਸੀਹੇ ਦੇ ਦੇ ਕੇ ਮਾਰ ਦਿੱਤਾ ਜਾਏ, ਸ਼ਹੀਦ ਕਰ ਦਿੱਤਾ ਜਾਏ। ਚੰਦੂ ਨੇ ਇਹ ਕੰਮ ਆਪਣੇ ਜ਼ਿੰਮੇ ਲੈ ਲਿਆ। ਬਾਦਸ਼ਾਹ ਨੇ ਤੁਰਨਾ ਸੀ। ਸਤਿਗੁਰੂ ਨੂੰ ਹਵੇਲੀ ਦੇ ਅੰਦਰ ਕੈਦ ਕਰਕੇ ਤੇ ਫਿਰ ਪੁੱਛਦਾ ਹੈ ਕਿਉਂ? ਮੇਰੀ ਲੜਕੀ ਦਾ ਰਿਸ਼ਤਾ ਕਬੂਲਦੇ ਹੋ ਕੇ ਨਹੀਂ? ਸਤਿਗੁਰੂ ਕਹਿਣ ਲੱਗੇ ਸੰਗਤ ਦਾ ਹੁਕਮ ਨਹੀਂ। ਸੰਗਤ ਦਾ ਹੁਕਮ ਨਹੀਂ ਮੇਰੇ ਰਿਸ਼ਤੇ ਨੂੰ ਕਬੂਲਣ ਲਈ। ਹਾਂ, ਸੰਗਤ ਦਾ ਹੁਕਮ ਨਹੀਂ। ਸੰਗਤ ਦਾ ਹੁਕਮ ਨਹੀਂ ਲੱਦਿਆ ਜਾ ਸਕਦਾ। ਸੰਗਤ ਮੇਰੇ ਨਾਲੋਂ ਵੱਡੀ ਹੈ। ਸਤਿਗੁਰੂ ਕਹਿਣ ਲੱਗੇ ਤੂੰ ਤਾਂ ਸੰਗਤ ਦੇ ਜੋੜਿਆਂ ਵਿੱਚ ਖੜਨ ਦੇ ਯੋਗ ਵੀ ਨਹੀਂ। ਚੰਦੂ ਤੂੰ ਆਪਣੇ ਆਪ ਨੂੰ ਕੀ ਸਮਝਦਾ? ਗੁਰੂ ਕੀ ਸੰਗਤ, ਗੁਰੂ ਕੀ ਸੰਗਤ ਦੇ ਚਰਨਾਂ ਦੇ 1 ਕਤਰੇ ਦੀ ਬਰਾਬਰੀ ਵੀ ਤੂੰ ਨਹੀਂ ਕਰ ਸਕਦਾ। ਸੰਗਤ ਸਭ ਤੋਂ ਪਿਆਰੀ ਤੇ ਸਭ ਤੋਂ ਪਹਿਲਾਂ ਤੂੰ ਸੰਗਤ ਦੀ ਬਰਾਬਰੀ ਨਹੀਂ ਕਰ ਸਕਦਾ। ਹੁਕਮ ਹੋਇਆ ਲੋ ਤਿਆਰ ਕਰ ਲਓ, ਤੱਤੀ ਤਵੀ ਕਰ ਲਓ ਤਿਆਰ ਤੇ ਲੱਕੜਾਂ ਬਲਵਾ ਕੇ ਉਹਨਾਂ ਨੂੰ ਉੱਤੇ ਬੈਠਣ ਲਈ ਇਹ ਤਿਆਰੀਆਂ ਕਰਵਾਉਣੀਆਂ ਨੇ। ਤੇ ਪਹਿਲਾਂ ਦੇਗਾ ਮੰਗਵਾ ਕੇ ਪਾਣੀ ਉਹਦੇ ਵਿੱਚ ਪਵਾ ਕੇ ਕਹਿਣ ਲੱਗੇ ਜੇ ਰਿਸ਼ਤਾ ਨਹੀਂ ਮੰਨਣਾ ਤੇ ਫਿਰ ਦੇਗਾ ਤਿਆਰ ਹੈ। ਕਹਿਣ ਲੱਗੇ ਰਜ਼ਾ ਦੇ ਅੰਦਰ ਸਭ ਕੁਝ ਪ੍ਰਵਾਣਿਆ ਜਾਏਗਾ। ਦੇਗੇ ਵਿੱਚ ਉਬਲੇ। ਫਿਰ ਪੁੱਛਦਾ ਮੇਰੀ ਲੜਕੀ ਦਾ ਰਿਸ਼ਤਾ? ਸਤਿਗੁਰੂ ਖਿੱਚਦੇ ਨਹੀਂ, ਕਰੋਪ ਨਹੀਂ ਹੁੰਦੇ। ਕਹਿਣ ਲੱਗੇ ਪ੍ਰਵਾਨ ਕਰਨ ਦੀ ਸੰਗਤ ਦੀ ਆਗਿਆ ਨਹੀਂ। ਪਹਿਲਾਂ ਤਸੀਹੇ ਦਿੱਤੇ, ਭੁੱਖੇ ਰੱਖਿਆ, ਬੇਆਰਾਮੇ ਰੱਖਿਆ, ਪਿਆਸੇ ਰੱਖਿਆ, ਦੇਗੇ ਵਿੱਚ ਉਬਾਲਿਆ, ਫਿਰ ਵੀ ਨਹੀਂ ਸਬਰ ਆਇਆ ਤੇ ਫਿਰ ਤੱਤੀ ਤਵੀ ਤਿਆਰ ਕਰ ਲਈ, ਉਹਦੇ ਤੇ ਬੈਠਣ ਲਈ ਇਸ਼ਾਰਾ ਕੀਤਾ। ਸਤਿਗੁਰੂ ਚੌਕੜੀ ਮਾਰ ਕੇ ਬੈਠ ਗਏ। ਤਵੀ ਤੱਤੀ ਹੈ ਤੇ ਆਪ ਉੱਤੇ ਬੈਠ ਕੇ ਕਹਿੰਦੇ ਨੇ, ਹੇ ਗਰੀਬ ਨਿਵਾਸ, ਇਹ ਠੰਡੀ ਨਾ ਹੋਏ। ਜੋ ਕੁਝ ਤੂੰ ਕਰ ਰਿਹਾ ਤੇਰਾ ਕੀਆ ਮੀਠਾ ਲਾਗੇ ਤੇ ਨਾਮ ਪਦਾਰਥ ਨਾਨਕ ਮੰਗੇ। ਚੰਦੀ ਦੀ ਨੂੰਹ ਸਿੱਖ ਦੀ ਧੀ ਸੀ। ਸਾਈਂ ਮੀਆਂ ਮੀਰ ਵਰਗੀਆਂ ਵਿਅਕਤੀਆਂ ਨੂੰ ਪਤਾ ਲੱਗਿਆ ਤੇ ਸਾਈਂ ਨੂੰ ਆ ਕੇ ਕਹਿੰਦੇ ਨੇ, ਗਰੀਬ ਨਿਵਾਸ ਇਹ ਕੀ ਕੌਤਕ ਰਚਿਆ? ਜੇ ਆਖੋ ਤਾਂ ਲਾਹੌਰ ਤੇ ਦਿੱਲੀ ਦੀ ਇੱਟ ਨਾ ਇੱਟ ਵਜਾ ਦਈਏ। ਸਤਿਗੁਰੂ ਕਹਿਣ ਲੱਗੇ ਸਾਈਂ ਜੀ, ਭਾਣੇ ਦੇ ਅੰਦਰ ਰਹਿ ਕੇ ਜੋ ਸੁੱਖ ਹੈ ਉਹ ਭਾਣੇ ਤੋਂ ਬਾਹਰ ਜਾ ਕੇ ਸੁੱਖ ਨਹੀਂ।
ਚੰਦੂ ਦੀ ਨੂੰਹ ਸਿੱਖ ਦੀ ਧੀ ਪਹਿਰੇਦਾਰਾਂ ਨੂੰ ਕੁਝ ਦੇ ਕੇ ਆਪ ਆਈ ਗੁਰੂ ਪਾਤਸ਼ਾਹੀ ਦੇ ਨਿਕਟ ਤੇ ਕਹਿਣ ਲੱਗੀ, ਹੇ ਗਰੀਬ ਨਿਵਾਜ ਸੱਚੇ ਪਾਤਸ਼ਾਹ, ਮੇਰੀ ਦੁਰਭਾਗਤਾ, ਮੈਂ ਸਿੱਖ ਦੀ ਧੀ ਇਸ ਚੰਡਾਲ ਦੇ ਘਰ ਵਿਆਹੀ ਗਈ। ਆਪ ਇਸ ਘਰ ਦੇ ਅੰਦਰ ਆ ਕੇ ਇੰਨੇ ਤਸੀਹੇ ਸਹਿੰਦੇ ਹੋ। ਸਤਿਗੁਰੂ ਕਹਿਣ ਲੱਗੇ, ਬੇਟੀ ਇਹ ਅਕਾਲ ਪੁਰਖ ਦਾ ਹੁਕਮ ਹੈ, ਹੁਕਮ ਅੱਗੇ ਹੁੱਤ ਨਹੀਂ ਕਰਨੀ ਚਾਹੀਦੀ। ਜੀਵਨਵਾਸ ਮੇਰੇ ਤੋਂ ਜਰਿਆ ਨਹੀਂ ਜਾਂਦਾ। ਕਿੰਨਾ ਅੱਛਾ ਹੁੰਦਾ ਜੇ ਮੇਰੀ ਜ਼ਿੰਦਗੀ ਇਸ ਦ੍ਰਿਸ਼ ਨੂੰ ਵੇਖਣ ਤੋਂ ਪਹਿਲਾਂ ਖਤਮ ਹੋਈ ਹੁੰਦੀ। ਮੈਂ ਤਾਂ ਆਪ ਮਰਨਾ ਲੋਚਦੀ ਹਾਂ। ਗਰੀਬ ਨਿਵਾਜ ਕਹਿਣ ਲੱਗੇ, ਪੁੱਤਰੀ ਆਤਮ ਘਾਤ ਨਹੀਂ ਕਰੀਦਾ, ਆਤਮ ਘਾਤੀ ਜਗਤ ਕਸਾਈ ਹੁੰਦਾ ਹੈ। ਤੇ ਵਰ ਇਹ ਦਿੱਤਾ ਗਰੀਬ ਨਿਵਾਜ ਸਤਿਗੁਰੂ ਪਾਤਸ਼ਾਹ ਜੀ ਨੇ, ਕੱਲ ਨੂੰ ਅਸੀਂ ਆਪਣਾ ਸੱਚਖੰਡੀ ਪੁੱਤਰੀ ਪਿਆਨਾ ਕਰਨਾ ਹੈ। ਕੱਲ ਨੂੰ ਸੱਚਖੰਡ ਜਾਣ ਦੀਆਂ ਤਿਆਰੀਆਂ ਹਨ। ਤੂੰ ਵੀ ਸਾਡੇ ਨਾਲ ਚੱਲੇਂਗੀ ਸੱਚਖੰਡ ਵਿੱਚ, ਤੇਰਾ ਵੀ ਸਾਡਾ ਉੱਥੇ ਮੇਲ ਹੋਏਗਾ। ਘਰ ਆਈ, ਅੱਗੇ ਉਦਾਸ ਸੀ ਤੇ ਹੁਣ ਚਿਹਰੇ ਦੇ ਉੱਤੇ ਕੁਝ ਖੇੜਾ। ਕਿਉਂ? ਕਹਿਣ ਲੱਗੀ, ਮੈਂ ਪਿਤਾ ਦੇ ਨਾਲ ਅਕਾਲ ਪੁਰਖ ਦੀ ਦਰਗਾਹ ਨੂੰ ਕੱਲ ਨੂੰ ਜਾਣਾ ਹੈ। ਕਿੰਨਾ ਸ਼ੌਕ ਹੈ ਉਸ ਦਰਗਾਹ ਦੇ ਅੰਦਰ ਪਹੁੰਚਣ ਦਾ। ਚੰਦੂ ਦੀ ਲੜਕੀ ਨੂੰ ਪਤਾ ਲੱਗਿਆ ਵੀ ਇਹ ਮੇਰੇ ਪਿੱਛੇ ਇੰਨਾ ਕੁਝ ਹੋ ਰਿਹਾ ਹੈ, ਇਹ ਮੇਰੇ ਪਿੱਛੇ ਇੰਨਾ ਕੁਝ ਹੋ ਰਿਹਾ ਹੈ। ਤੇ ਹੌਕਾ ਭਰ ਕੇ ਇਹ ਕਹਿੰਦੀ ਹੈ, ਹਾਏ ਮੈਂ ਦੁਰਭਾਗ ਦੇ ਸਾਕ ਬਦਲੇ, ਸਾਈਂ ਪਿਆਰਿਆਂ ਨੂੰ ਦੁਖਾਈਦਾ ਏ। ਹੋ ਕੋਈ ਪੁੱਛੇ ਸਿਆਣਿਆਂ, ਸਿਆਣਿਆਂ ਨੂੰ ਮੱਲੋ ਮੱਲੀ ਵੀ ਕੁੜਮ ਬਣਾਈਦਾ ਏ। ਮੂਰਖ ਪਿਤਾ ਜੇ ਜੀਵ ਨੂੰ ਤੂੰ ਬੰਦ ਰੱਖ ਦੋ, ਹੋ ਤੇਰੀ ਬੇਟੀ ਅੱਜ ਜਗਤ ਦੀ ਮਾਤ ਬਣਦੀ। ਤੂੰ ਭੁੱਲਿਆ ਇੱਕ ਦੀਵਾਨਗੀ ਤੇ ਸਾਰੀ ਅੱਜ ਮਿਲਖ ਮੇਰੀ ਸਾਰੀ ਕਾਇਨਾਤ ਹੁੰਦੀ। ਹਾਏ ਪਰ ਭਾਗ ਬਿਨਾ ਮਿਲੇ ਨਾ ਇੱਕ ਦਾਣਾ, ਮੇਰੀ ਪਾਪਣ ਦੀ ਕਿੱਥੋਂ ਔਕਾਤ ਹੁੰਦੀ। ਡੋਡੀ ਅੱਖ ਦੀ ਨਾ ਪਰ ਜਾਤ ਬਣਦੀ, ਹੁਮਾ ਕਦੇ ਨਾ ਕਾਂ ਦੀ ਜ਼ਾਤ ਬਣਦੀ। ਮੇਰੇ ਪਿੱਛੇ ਮੇਰੇ ਸਾਥ ਬਦਲੇ ਇੰਨਾ ਕੁਝ ਸਾਈਂ ਪਿਆਰਿਆਂ ਤੇ ਕਸ਼ਟ ਹੋਇਆ ਹੈ। ਜੇ ਬਾਬਲ ਜੀਭ ਬੰਦ ਰੱਖ ਦੂੰ ਤਾਂ ਇਹ ਕੁਝ ਨਾ ਹੁੰਦਾ। ਮੈਂ ਜਗਤ ਦੀ ਮਾਤਾ ਬਣਦੀ ਤੇ ਜਗਤ ਮੇਰੇ ਚਰਨੀ ਢੱਟਦਾ, ਏਡਾ ਵੱਡਾ ਰੁਤਬਾ ਮੈਨੂੰ ਪ੍ਰਾਪਤ ਹੁੰਦਾ। ਮਾਂ ਵੇਖਦੀ ਹੈ ਧੀ ਨੂੰ ਕੀ ਰੁਦਨ ਹੈ, ਕੀ ਦੁੱਖ ਹੈ, ਤੇ ਮਾਂ ਦੇ ਗਲ ਲਾ ਕੇ ਧੀ ਕਹਿੰਦੀ, ਅੰਮਾ ਗਲਾ ਘੁੱਟ ਦੇਂਦੀਓ ਜੰਮਦੀ ਦਾ ਨਾ ਮੈਂ ਹੁੰਦੀ, ਨਾ ਗੁਰਾਂ ਤੇ ਕਹਿਰ ਹੁੰਦਾ। ਹੋ ਬਾਬਲ ਤੈਨੂੰ ਹੀ ਰੱਬ ਸਮਤ ਦੇਵੇ, ਅੰਮ੍ਰਿਤ ਕਦੇ ਨਹੀਂ ਜ਼ੋਰ ਸੰਗ ਜ਼ਹਿਰ ਹੁੰਦਾ। ਮਾਂ ਗਲ ਘੁੱਟ ਦਿੰਦੀ, ਮੈਂ ਨਾ ਹੁੰਦੀ ਤੇ ਨਾ ਗੁਰੂ ਪਿਆਰਿਆਂ ਤੇ ਇਹ ਕਸ਼ਟ ਹੁੰਦਾ। ਸੱਚਮੁੱਚ ਪੀੜਾ, ਕਿੰਨੀ ਪੀੜਾ ਹੈ। ਉਧਰ ਤਵੀ ਤੇ ਬੈਠ ਕੇ ਵੀ ਸ਼ੁਕਰ ਵਿੱਚ ਹੈ, ਰੇਤਾ ਸੀਸ ਤੇ ਪਵਾ ਕੇ ਵੀ ਸ਼ੁਕਰ ਵਿੱਚ ਹੈ। ਨਹੀਂ ਡੋਲੇ, ਸੰਗਤ ਦਾ ਹੁਕਮ ਨਹੀਂ ਲੱਦਿਆ। ਫਿਰ ਸਰੀਰ ਦੀ ਦਸ਼ਾ ਬਹੁਤ ਕਮਜ਼ੋਰ ਤੇ ਖਰਾਬ ਹੋ ਚੁੱਕੀ।
चर्बी ढल गई। की आखिए की कुछ हो गया हो। जे जरा क रोटी की भाप साडी उंगली नूं लग जाए तो कई दिन चैन नहीं आउंदी, पर धन सतगुरु गुरु अर्जन साहिब पातशाह तवी ते बैठ के भी फिर शुक्र दे विच रावी वल जाण दियां लिजाण दियां तैयारियां हन। गुरु पातशाह जी नूं रावी ते लिजाया गया, ਤੋਰਦੇ ਹਨ, ਤੁਰ नहीं सकते, तो भाई लंगा ने गुरु अर्जन साहब पातशाह जी नूं अपने घनेड़े चुकिया। जगतनाथ की कौतुक वरताया, किस शक्ल विच सरीरक तौर पर विछड़े से तो अज किस रूप के अंदर दर्शन दे रहे हो। की गुनाह हो गया असाथों सच्चे पातशाह, अज इस शरीर नूं इस रूप अंदर वेखते। भाई लंगा, भाई पैड़ा, भाई मोखा है, गुरु का हुक्म अकाल पुरख का पाना है। ਉਹ सिख ਉਹਦੀ दरगाह के अंदर कबूलिया ते प्रवाणिया जाता जिन्हों ਉਹਦਾ भाणा पा जाए। दरिया के किनारे आए, अंतिम तैयारियां हैं कि तैयारियां भी इस शक्ल के अंदर। कहन लगे अंत समय कोई गुरु का रबाबी, गुरु का ढाडी, गुरु का कीर्तनिया, कोई मैनू कीर्तन सुनाउंदा ते किन्नी खुशी हुंदी, किन्नी खुशी हुंदी। की मंगिया ते की इच्छा की गुरु का कीर्तन। अज कीर्तन सानू उन्ना प्यारा ते मिठा नहीं लगता। कीर्तन मंगिया ते अकाल पुरख की रजा मेहर दा सदका एक गुरु का ढाडी, गुरु का रबाबी आउंदा दरिया के किनारे किनारे, दुतारा बजदा ते कुछ गाउंदा है। बुलाया तो आ ढाडी, ढाडी कीर्तन सुना। ढाडी ने दर्शन किए सन श्री अमृतसर के दरबार के अंदर तख्त के उत्ते बैठे हैं। नेड़े होके वेखदा भी ये केड़ी रूह ते केड़ी व्यक्ति है। दुधारा हथों डिग पिया ते चरनी डिग के कहन लगा, ओ साईं पातशाह ये की वेखदा, मैं तो किस शक्ल के अंदर दर्शन किए सन, अज किहड़े रूप के अंदर दीदार दे रहे हो। कहन लगे, गुरु प्यारिया इन्ना समा नहीं हुण बचन कीते जान, इन्ना समा नहीं हुण तैनूं कुछ दस्या जाए। मारू राग दे अंदर शब्द उच्चारण किया है, मान मोर लोभ विकारा, बीओ चीतना कालियो, नाम वखर गुणा हर बन जे, लाद वखर लै चालियो। सेवक की ओढ़ निवी प्रीत, जीवत साहिब सेव्यो अपना, चलते राखो जैसी आज्ञा कीनी ठाकर, तिसते मुख नहीं मोड़ो, सहज आनंद रखियो ग्रह पीतर, उठ बाहू को दौड़ो। आज्ञा मैं भूख सोई कर सुखा, सोग हरख नहीं जानिया, जो जो हुक्म पयो साहिब का, सो माथे लै मानिया। भय कृपाल ठाकर सेवक को, सवरे हलत बुलाता, तन सेवक सफल हो आया, जिन नानक खसम पछाता। रबाबी कीर्तन गा।